ਦਾ ਫੜਿਆ ਗਿਆ, ਸੱਜੀ ਲੱਤ ਪੱਟ ਕੋਲੋਂ ਘੁੰਮ ਗਈ। ਇਸ ਤਰੀਕੇ ਤਸੀਹੇ ਦੇ ਕੋਲ ਮਾਰੇ। He was arrested by police. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, 5 ਜੂਨ ਦਾ ਦਿਨ ਚੜ੍ਹ ਚੁੱਕਾ ਸੀ। ਅੰਮ੍ਰਿਤ ਵੇਲਾ ਰੋਜ਼ਾਨਾ ਦੀ ਤਰ੍ਹਾਂ ਗੁਰਮਰਿਆਦਾ ਅਨੁਸਾਰ ਜੋ ਪਰੰਪਰਾ ਹੈ, ਜੋ ਮਰਿਆਦਾ ਹੈ ਸ੍ਰੀ ਦਰਬਾਰ ਸਾਹਿਬ ਦੀ, ਉਹ ਮਰਿਆਦਾ ਜਾਨ ਹਥੇਲੀ 'ਤੇ ਰੱਖ ਕੇ ਸਿੰਘ ਨਿਭਾ ਰਹੇ ਨੇ। ਤੁਸੀਂ ਆਪੇ ਅੰਦਾਜ਼ਾ ਲਗਾਓ ਕਿ ਇੱਕ ਪਾਸੇ ਗੋਲੇ, ਬੰਦੂਕਾਂ ਦੀਆਂ ਗੋਲੀਆਂ ਔਰ ਦੁਸ਼ਮਣ ਦੀ ਬਦਨੀਤੀ, ਜਿਨ੍ਹਾਂ ਨੇ ਪਾਵਨ ਅਸਥਾਨ ਦੇ ਉੱਤੇ ਜੋ ਸਮੁੱਚੀ ਮਾਨਵਤਾ ਲਈ ਰੋਜ਼ਾਨਾ ਸਰਬੱਤ ਦਾ ਭਲਾ ਮੰਗ ਰਿਹਾ। ਔਰ ਹੈਰਾਨੀ ਦੀ ਗੱਲ ਦੇਖੋ, ਫਿਰ ਰੋਜ਼ਾਨਾ ਅਰਦਾਸ ਹੋ ਰਹੀ ਹੈ। ਅਰਦਾਸ ਦੇ ਵਿੱਚ ਫਿਰ ਲਾਈਨ ਕੀ ਬੋਲੀ ਜਾ ਰਹੀ ਹੈ ਉਸੇ ਜਗ੍ਹਾ ਤੋਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਉੱਥੋਂ ਸਰਬੱਤ ਦਾ ਭਲਾ ਮੰਗਿਆ ਜਾ ਰਿਹਾ ਹੈ। ਤੇ ਭਲਾ ਕਿਹਨਾਂ ਦਾ ਮੰਗਿਆ ਜਾ ਰਿਹਾ? ਉਹ ਜਿਹੜੇ ਬਾਹਰ ਬੰਦੂਕਾਂ, ਤੋਪਾਂ, ਗੋਲੇ, ਟੈਂਕ ਲੈ ਕੇ ਖਲੋਤੇ ਨੇ, ਉਹਨਾਂ ਦਾ ਵੀ ਭਲਾ ਮੰਗਿਆ ਜਾ ਰਿਹਾ ਹੈ। ਵੇਖੋ, ਕਦੀ ਦੁਸ਼ਮਣ ਦਾ ਕਿਸੇ ਨੇ ਭਲਾ ਮੰਗਿਆ? ਤੇ ਜਿਨ੍ਹਾਂ ਨੇ ਬਾਹਰ ਬੰਦੂਕਾਂ, ਤੋਪਾਂ, ਗੋਲੇ ਜਿਹੜੇ ਲੈ ਕੇ ਬੈਠੇ ਸੀ, ਉਹਨਾਂ ਨੂੰ ਪੁੱਛੋ ਤੁਸੀਂ ਅੰਦਰ ਜਿਹੜੇ ਸਿੰਘ ਨੇ ਉਹਨਾਂ ਦਾ ਭਲਾ ਮੰਗਣ ਡੇ ਜੇ? ਆ ਜਿਹੜੇ ਸਾਹਮਣੇ ਸਿੱਖ ਹੈ, ਇਹਨਾਂ ਦਾ ਭਲਾ ਮੰਗਣ ਡੇ ਜੇ? ਜਿਹੜੇ ਹੱਥ ਖੜੇ ਕਰਕੇ ਬਾਹਰ ਆਂਡੇ ਆ, ਤੁਸੀਂ ਉਹਨਾਂ ਦਾ ਬੱਟਾਂ ਦੇ ਨਾਲ ਕਿੱਦਾਂ ਉਹਨਾਂ ਨੂੰ ਮਾਰਨ ਡੇ ਜੇ, ਕਿੱਦਾਂ ਜਲੀਲ ਕਰਨ ਡੇ ਜੀ, ਉਹਨਾਂ ਦਾ ਭਲਾ ਮੰਗਣ ਡੇ ਜੇ? ਜਿਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਤੁਸੀਂ ਦੇਖੀਆਂ ਨੇ, ਟਰੱਕਾਂ ਦੇ ਵਿੱਚ ਜਾਨਵਰਾਂ ਦੀਆਂ ਲਾਸ਼ਾਂ ਵਾਂਗ ਲੱਦਣ ਡੇ ਜੇ, ਤੁਸੀਂ ਉਹਨਾਂ ਦਾ ਭਲਾ ਮੰਗਣ ਡੇ ਜੇ? ਬਿਲਕੁਲ ਨਹੀਂ। ਸੋ ਇੱਕ ਉਹੀ ਪਾਵਨ ਅਸਥਾਨ ਸੀ ਜਿਹਨੇ ਸਾਬਤ ਕੀਤਾ ਕਿ ਬੇਸ਼ੱਕ ਸਾਹਮਣੇ ਦੁਸ਼ਮਣ ਵੀ ਕਿਉਂ ਨਾ ਹੋਵੇ, ਉਹਦਾ ਵੀ ਭਲਾ ਮੰਗਿਆ। ਬੇਸ਼ੱਕ ਫੌਜਾਂ ਚੜ੍ਹ ਕੇ ਆਈਆਂ ਸੀ ਤਾਂ ਰੋਜ਼ਾਨਾ ਦੀ ਤਰ੍ਹਾਂ ਜਿੰਨੀ ਵਾਰ ਵੀ ਉੱਥੋਂ ਅਰਦਾਸ ਹੋ ਰਹੀ ਸੀ, ਤਾਂ ਉਸ ਅਰਦਾਸ ਦੇ ਵਿੱਚ ਇੱਕ ਹੀ ਆਵਾਜ਼ ਆ ਰਹੀ ਸੀ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਵਿੱਚ ਦਿੱਲੀ ਵਾਲੀ ਬੈਠੀ ਸਰਕਾਰ ਵੀ ਆ ਰਹੀ ਸੀ, ਸਰਬੱਤ ਦੇ ਵਿੱਚ ਉਹ ਲੋਕ ਵੀ ਆ ਰਹੇ ਸੀ, ਜਿਹੜੇ ਹੁਕਮਰਾਨ, ਜਿਹੜੇ ਅਫਸਰ, ਜਿਹੜੇ ਜਨਰਲ ਮੇਜਰ, ਜਿਨ੍ਹਾਂ ਨੇ ਇਹਨੂੰ ਮਜ਼ਾਕ ਸਮਝਿਆ ਸੀ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਨੂੰ। ਔਰ ਉਹਨਾਂ ਨੇ ਤੇ ਇਹ ਮਾਮੂਲੀ ਜੀ ਗੱਲ ਸਮਝ ਕੇ ਜਿਹੜੀ ਹੈ ਨਾ, ਗੱਪ ਮਾਰ ਬੈਠੇ ਸੀ ਇੰਦਰਾ ਗਾਂਧੀ ਦੇ ਅੱਗੇ। 5 ਜੂਨ ਅੰਮ੍ਰਿਤ ਵੇਲਾ ਹੋ ਰਿਹਾ। ਅੱਜ ਦਾ ਦਿਨ ਸਿੰਘਾਂ ਦਾ ਗਚਾ ਗਚ ਲੜਾਈ ਵਾਲਾ ਹੈ ਔਰ ਇਮਤਿਹਾਨ ਦਾ। ਦੂਸਰੇ ਪਾਸੇ ਦਿੱਲੀ ਬੈਠੀ ਜਿਹੜੀ ਸਰਕਾਰ ਹੈ, ਉਹ ਤਿਲ ਮਿਲਾਈ ਹੋਈ ਹੈ। ਉਹਦੇ ਨਾਲ ਬਹੁਤ ਸਾਰੇ ਜਿਹੜੇ ਸਲਾਹਕਾਰ, ਜਿਹੜੇ ਵਿਦੇਸ਼ੀ ਸਲਾਹਕਾਰ ਵੀ ਸੀ, ਕਈ ਬਾਹਰ ਦੇ ਦੇਸ਼ ਵੀ ਜਿਹੜੀ ਉਹਦੀ ਮਦਦ ਕਰ ਰਹੇ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। ਸੋ ਉਹਨਾਂ ਲੋਕਾਂ ਦੇ ਨਾਲ ਵੀ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਇੱਕ ਮਾਮੂਲੀ ਜਿਹੇ ਕਿਲੇ ਦੇ ਵਿੱਚ ਅਨਟ੍ਰੇਨਡ ਸਿੰਘ ਜਿਹੜੇ ਨੇ, ਤੇਰੇ ਕੋਲ ਐਡੀਆਂ ਕਾਬਲ ਫੌਜਾਂ, ਤੇਰੇ ਕੋਲ ਇੰਨਾ ਅਸਲਾ ਹੈ, ਔਰ ਐਨੇ ਦੇ ਨਾਲ ਤਾਂ ਇੱਕ ਮੁਲਕ ਜਿੱਤਿਆ ਜਾ ਸਕਦਾ ਸੀ ਜਿੰਨਾ ਅਸਲਾ ਹੁਣ ਤੱਕ ਤੁਸੀਂ ਚਲਾ ਲਿਆ, ਤੇ ਇੰਨਾ ਕੁਝ ਕਰਕੇ ਤੁਸੀਂ ਇੱਕ ਸਿੰਘ ਨਹੀਂ ਫੜ ਸਕੇ। ਤਿਲ ਮਲਾਈ ਹੋਈ ਦਿੱਲੀ ਸਰਕਾਰ। ਸਖਤ ਤੋਂ ਸਖਤ ਹੁਕਮ ਆਉਣੇ ਸ਼ੁਰੂ ਹੋ ਗਏ। ਸਖਤ ਤੋਂ ਸਖਤ ਜਿਹੜੀਆਂ ਟ੍ਰੇਨਡ ਕੀਤੀਆਂ ਫੌਜਾਂ ਸੀ ਉਹਨਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਘਾਤਕ ਤੋਂ ਘਾਤਕ ਹਥਿਆਰ ਜਿਹੜੇ ਸੀਗੇ ਉਹਨਾਂ ਨੂੰ ਵਰਤਣ ਦੀ ਇਜਾਜ਼ਤ ਦੇ ਦਿੱਤੀ ਗਈ। ਇੱਕੋ ਹੀ ਹੁਕਮ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ, ਜੋ ਉਸ ਅਕਾਲ ਦਾ ਮਤਲਬ ਪਰਮਾਤਮਾ ਦਾ ਤਖਤ, ਜਿਹਨੂੰ ਲੋਕ ਅੱਲਾ ਵਾਲੇ ਅੱਲਾ ਕਹਿੰਦੇ ਨੇ, ਰਾਮ ਵਾਲੇ ਰਾਮ ਕਹਿੰਦੇ ਨੇ, ਸਿੰਘ ਉਹਨਾਂ ਨੂੰ ਵਾਹਿਗੁਰੂ ਕਹਿੰਦੇ ਨੇ। ਸੋ ਉਸ ਪਰਮਾਤਮਾ ਦਾ ਸੱਚੀ ਜੋਤ ਦਾ ਤਖਤ, ਉਸ ਅਕਾਲ ਦੇ ਤਖਤ ਨੂੰ ਢਾਉਣ ਵਾਸਤੇ ਇਹ ਲੋਕਾਂ ਦੀ ਫੌਜ ਜਿਹੜੀ ਸੀ ਇਹ ਚੜ੍ਹ ਚੁੱਕੀ ਸੀ, ਆ ਚੁੱਕੀ ਸੀ। ਔਰ ਲੜਾਈ ਜਿਹੜੀ 4 ਤਾਰੀਖ ਤੱਕ ਥੋੜ੍ਹੀ ਮੱਧਮ ਸੀ, ਤੋਂ ਜਿਹੜੀ 5 ਦੀ ਸਵੇਰ ਹੈ ਉਦਣ ਇਹ ਲੜਾਈ ਨਹੀਂ ਸੀ, ਮਹਾਯੁੱਧ ਸੀ, ਬਹੁਤ ਵੱਡਾ ਮਹਾਯੁੱਧ। ਇੱਧਰ ਸਿੰਘਾਂ ਦੀ ਅਣਖ, ਇੱਧਰਲੇ ਬੰਨੇ ਫੌਜ, ਆਪਣੀ ਭਾਰਤੀ ਫੌਜ ਦੀ ਅਣਖ ਲੈ ਕੇ ਵੀ ਸਾਡੀ ਫੌਜ ਐਡੀ ਤਾਕਤਵਰ ਹੈ। ਉੱਧਰ ਸਿੰਘ ਕਹਿ ਰਿਹਾ ਕਿ ਸਾਡੇ ਤੋਂ ਵੱਧ ਕੇ ਕੋਈ ਹੋ ਨਹੀਂ ਸਕਦਾ। ਸੋ ਇਹਨਾਂ ਦੀ ਗਚਾ ਗਚ ਲੜਾਈ ਦੇ ਦੌਰਾਨ ਕੀ ਕੀ ਵਾਪਰਿਆ, ਕੀ ਕੀ ਹੋਇਆ, ਸਿੰਘ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਤੋਖ ਸਿੰਘ ਜੀ, ਹਾਂਜੀ 5 ਜੂਨ ਚੜੀ ਹੈ ਹਾਂਜੀ। ਤੇ 5 ਜੂਨ ਮੈਨੂੰ ਲੱਗਦਾ ਕਿ 4 ਜੂਨ ਨੂੰ ਤੁਹਾਨੂੰ ਨੀਂਦ ਆ ਗਈ ਸੀ। ਨੀਂਦ ਕਿੱਥੇ ਆਉਣੀ, ਜਦੋਂ ਗੋਲੀ ਚੱਲਦੀ ਉਦੋਂ ਨੀਂਦ ਕਾਹਦੀ ਆਉਂਦੀ, ਜਦੋਂ ਦੁਸ਼ਮਣ ਸਾਹਮਣੇ ਹੋਏ ਜੀ 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 ਉਦੋਂ ਨੀਂਦ ਆਉਂਦੀ। ਜੀ ਅੱਛਾ ਜੀ, 4 ਜੂਨ ਨੂੰ ਤੁਸੀਂ ਸੁੱਤੇ ਨਹੀਂ, 5 ਚੜ ਚੁੱਕੀ ਹੈ। ਹਾਂਜੀ ਕੀ ਦੇਖਿਆ? ਜਿਵੇਂ ਜਿਵੇਂ ਹਨੇਰਾ ਘਟ ਰਿਹਾ, ਕਿਉਂਕਿ ਜੂਨ ਦੇ ਦਿਨ ਸੀ, ਜਿਹੜੇ ਦਿਨ ਹੈ ਉਹ ਵੱਡੇ ਹੁੰਦੇ ਆ, ਹਾਂਜੀ। ਰਾਤਾਂ ਛੋਟੀਆਂ ਹੁੰਦੀਆਂ, ਹਾਂਜੀ, ਹਾਂਜੀ। ਤੇ ਮੇਰੇ ਖਿਆਲ ਹੈ ਕਿ 4 ਸਵਾ 4 ਵਜੇ ਲੋ ਲੱਗਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ ਹਾਂਜੀ। ਕੀ ਦੇਖਿਆ ਤੁਸੀਂ? ਕਿੰਨੇ ਵਜੇ ਕੀ ਘਟਨਾ ਸ਼ੁਰੂ ਹੋਈ? ਘਟਨਾ ਕੀ, ਉਹ ਫੇਰ ਗੋਲੀ ਚੱਲਣ ਲੱਗ ਪਈ ਆ। ਕਿੰਨੇ ਕੁ ਵਜੇ ਤੋਂ? ਗੋਲੀ ਦੇ ਰਾਤ ਵੀ ਮਾੜੀ ਮੋਟੀ ਬਿਰਲੀ ਅੱਛਾ, ਸਾਰੀ ਰਾਤ ਹੀ ਅਸੀਂ ਕਿਹਾ ਜਾਵੇ ਤਾਂ ਤੜ ਬਿਰਲੀ ਚੱਲਦੀ ਰਹਿੰਦੀ ਸੀ। ਠੀਕ ਹੈ। ਪਰ ਦਿਨ ਤੋਂ ਬਹੁਤੀ ਤੇਜ਼ ਹੋ ਜਾਂਦੀ, ਜਿੱਦਾਂ ਦਾਣੇ ਭੁੱਜਦੇ ਹੁੰਦੇ ਨਾ ਭੱਠੀਆਂ 'ਚ, ਓਹੋ, ਇਸ ਤਰ੍ਹਾਂ ਤਾਂ ਗੋਲੀ ਚੱਲਦੀ ਸੀ ਦਵੱਲਿਓਂ ਹੀ। ਤੇ ਗੋਲੀ ਬਹੁਤ ਚੱਲਦੀ ਰਹੀ। ਫਿਰ ਜਿਹੜੇ ਵੱਡੇ ਵੱਡੇ ਗੁੰਬਜ ਆ, ਜੀ 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 ਜੀ, ਇਹ ਲੰਗਰ ਹਾਲ ਦੇ ਦੋਨਾਂ ਲਾਂਗਰ ਦੇ ਲਾਗੇ ਜੀ, ਜੀ, ਜੀ। ਜਿਹੜੇ ਗੁੰਬਜ ਵੱਡੇ ਵੱਡੇ ਬਣੇ ਆ, ਮੀਨਾਰ ਜਿਹੜੇ ਬੁੰਗੇ ਬੁੰਗੇ ਜਿਹਨਾਂ ਨੂੰ ਹਾਂਜੀ, ਬੁੰਗੇ ਕਹਿ ਦਿੰਦੇ ਆ। ਹਾਂਜੀ, ਉਹਨਾਂ ਤੇ ਸਿੰਘਾਂ ਦਾ ਮੋਰਚਾ ਸੀਗਾ ਜੀ, ਹੈ ਨਾ। ਤੇ ਭਾਈ ਦਲਵੀਰ ਸੋਹਣੀ ਵਿਆਸੀ, ਠੀਕ ਹੈ ਭਾਈ ਸਵਰਨ ਸੋਹਣੀ, ਜੀ ਹੋਰ ਵੀ ਸਿੰਘ ਕਾਰਸੇ ਵਾਲੇ ਵੀ ਨਾਲ ਹੀਗੇ, ਜੀ, ਭਗਵਾਨ ਸੋਹਣੀ, ਹੋਰ ਕਈ ਸਿੰਘ ਹੈਗੇ ਸੀ ਨਾਲ, ਜਿਨ੍ਹਾਂ ਦਾ ਉੱਥੇ ਮੋਰਚਾ ਸੀ। ਤੇ ਉਹ ਮੋਰਚੇ ਵਿੱਚ ਸਿੰਘ ਕੋਈ ਫੱਟੜ ਵੀ ਹੋਏ, ਉਹ ਥੱਲੇ ਸਾਡੇ ਕਮਰੇ ਵਿੱਚ ਆਏ। ਭਾਈ ਸਾਹਿਬ ਸਿੰਘ ਜੀ, ਠੀਕ ਹੈ, ਉਹ ਵੀ ਸਾਡੇ ਨਾਲ ਉਸ ਦਿਨ ਰਾਤ ਸਾਡੇ ਕੋਲ ਹੀ ਰਹੇ ਆ। ਜੀ ਜੀ। ਤੇ ਫਿਰ ਭਾਈ ਦਲਵੀਰ ਸੋਹਣੀ ਫਿਰ 12 ਵਜੇ ਆਉਂਦੇ, ਉਹ ਕਹਿੰਦੇ ਵੀ ਇਹ ਕਮਰੇ ਨੂੰ ਛੱਡ ਜਾਓ। ਠੀਕ ਹੈ। ਅਸੀਂ ਕੋਈ ਉਹਦਾ ਅੱਖਾਂ ਨਹੀਂ ਉਹਨਾਂ ਦਾ ਬੰਦੇ, ਪਰ ਸਿੰਘ ਉਹ ਬਹੁਤ ਕਮਾਈ ਵਾਲੇ ਸੀ। ਮਹਾਂਪੁਰਖਾਂ ਤੋਂ ਬਾਅਦ ਦੇ ਵਿੱਚ ਨਾ ਉਹਨਾਂ ਦਾ ਹੁੰਦਾ ਸੀ, ਠੀਕ ਹੈ, ਅੱਗੇ ਕਮਾਂਡ ਕਰਨ ਦਾ। ਠੀਕ ਹੈ। ਇੰਨੀ ਕਮਾਲੀ ਆ ਜਾਂਦੇ। ਤੇ ਰਾਤ ਦਿਨ ਉੱਥੇ ਸਰੋਵਰ ਦੇ ਵਿੱਚ ਉਹ ਖੜੇ ਰਹਿੰਦੇ ਸੀ, ਨਿਤਨੇਮ ਕਰਦੇ ਰਹਿੰਦੇ ਸੀ। ਤੇ ਜਿਨ੍ਹਾਂ ਨੇ ਨੇਕਾਂ ਜਿਹੜੇ ਕਾਂਡ ਵੀ ਕੀਤੇ, ਉਹ ਭਾਈ ਦਲਵੀਰ ਸੋਹਣੀ ਜੀ, ਜਿਹੜੇ 125 ਪਾਠ ਜਪਜੀ ਸਾਹਿਬ ਦੇ ਕਰਦੇ ਹੁੰਦੇ, ਤੇ 5 ਗ੍ਰੰਥੀ ਦਾ ਨਿਤਨੇਮ ਸਾਰਾ ਕਰਦੇ ਹੁੰਦੇ। ਜੀ ਜੀ ਜੀ, ਮਹਾਂਪੁਰਖਾਂ ਵਾਂਗੂ ਉਹ ਵੀ ਬਾਣੀ ਬਹੁਤ ਪੜ੍ਹਦੇ ਹੁੰਦੇ ਜੀ। ਉਹਨਾਂ ਦੀ ਬਹੁਤ ਕਮਾਈ ਸੀਗੀ ਭਾਈ ਜੀ ਦਲਵੀਰ ਜੀ ਸੋਹਣਾ ਜੀ। ਦੀ। ਉਹਨਾਂ ਸਾਨੂੰ ਆਰਡਰ ਕੀਤਾ ਵੀ ਤੁਸੀਂ ਇਹ ਕਮਰੇ ਨੂੰ ਛੱਡ ਜਾਓ। ਠੀਕ, ਕੀ ਸੀ ਉਸ ਕਮਰੇ 'ਚ? ਹੈ ਕੀ ਉਹ ਸੀ? ਕਮਰੇ ਵਿੱਚ ਜਿਹੜਾ ਅਕਾਲ ਤਖ਼ਤ ਤੋਂ ਅਸਲਾ ਹੁੰਦਾ ਸੀ ਨਾ, ਜੀ ਜੀ, ਉਹ ਉਸ ਕਮਰੇ ਦੇ ਵਿੱਚ ਆਉਂਦਾ ਹੈ ਜੀ। ਉੱਥੋਂ ਸਾਰੇ ਮੋਰਚਿਆਂ ਨੂੰ ਸਪਲਾਈ ਹੁੰਦੀ ਸੀ। ਠੀਕ ਹੈ। ਇੱਧਰ ਲੰਗਰ ਦੇ ਉੱਪਰ ਵੀ ਉੱਥੋਂ ਸਪਲਾਈ ਜਾਂਦੀ ਸੀ। ਇੱਧਰ ਫਟੇਸ਼ਨ ਵਾਲਿਆਂ ਨੂੰ ਵੀ ਉੱਥੋਂ ਸਪਲਾਈ। ਕੀ ਹੁੰਦਾ ਕੀ ਸੀ ਉੱਚ? ਮਤਲਬ ਗੋਲੀਆਂ ਹੁੰਦੀਆਂ ਸੀ, ਗੋਲੇ ਬਾਰੂਦ ਜਾਂ ਐਸਾ ਸਮਾਨ ਸੀ, ਤੋਪਾਂ ਜਾਂ ਕੁਝ ਹੋਰ ਵੀ ਸੀ? ਗੋਲੀਆਂ। ਅੱਛਾ, ਹਾਂਜੀ, ਗੋਲੇ ਆਉਂਦੇ ਆ, ਗੋਲੀਆਂ ਆਉਂਦੀਆਂ ਸੀ ਉੱਥੋਂ। ਫਿਰ ਗਾਲਿਆਂ ਸਾਰਿਆਂ ਨੂੰ ਵੜਦੇ। ਠੀਕ ਹੈ। ਅਸੀਂ ਉਹ ਕਮਰਾ ਛੱਡਣਾ ਨਹੀਂ ਚਾਹੁੰਦੇ ਠੀਕ ਹੈ, ਵੀ ਮਹਾਂਪੁਰਖ ਮੁੜ ਕੇ ਘੂਰਨਗੇ। ਠੀਕ ਹੈ, ਹੈ ਨਾ। ਫਿਰ ਭਾਈ ਦਲਵੀਰ ਸੋ ਦੂਜੀ ਤੀਜੀ ਵਾਰੀ ਆਏ, ਫਿਰ ਸਖਤ ਹੋ ਕੇ ਕਹਿ ਕੇ ਗਏ ਠੀਕ ਹੈ, ਵੀ ਇਸ ਕਮਰੇ ਦੇ ਉੱਪਰ ਫੌਜ ਦੀ ਪੂਰੀ ਨਿਗਾਹ ਵਾ। ਜਿਸਲੇ ਫੌਜ ਅੰਦਰ ਨੂੰ ਵੜੀ, ਉਸਨੇ ਇਸ ਕਮਰੇ ਨੂੰ ਪਹਿਲਾਂ ਘੇਰਨਾ, ਕਿਉਂ CID ਤੇ ਹੈਗੀ ਸੀਗੀ, ਹੈ ਨਾ। ਉਹ ਸਵੀਲ ਦੇ ਲਾਗੇ, ਬ੍ਰਹਮ ਬੂਟੇ ਦੇ ਲਾਗੇ ਜਿਹੜੀ ਸਵੀਲ ਆ, ਉਹਦੇ ਲਾਗੇ ਉਹ ਕਮਰਾ ਸੀ ਜੀ। ਉੱਥੇ ਬਹੁਤੇ ਸਿੰਘ ਜਿਹੜੇ ਖਾੜਕੂ ਹੀ ਰਹਿੰਦੇ ਸੀਗੇ। ਠੀਕ ਹੈ ਜੀ। ਉਸ ਕਮਰੇ ਦੇ ਵਿੱਚ ਜੀ। ਉਹ ਭਾਈ ਦਲਵੀਰ ਸੋਹਣਾ ਨੂੰ ਆਖਿਆ ਵੀ ਅਸੀਂ ਜਾਈਏ ਕਿੱਥੇ? ਭਾਈ ਦਲਵੀਰ ਸੋਹਣੀ ਕਹਿੰਦੇ ਵੀ ਕਾਲ ਤਖਤ 'ਤੇ ਚੱਲ ਜਾਓ। ਮੈਂ ਫਿਰ ਉਹ ਜਿਹੜਾ ਸਿੰਘ ਫੱਟਰ ਹੋਇਆ ਉਹਨੂੰ ਆਖਿਆ ਤੂੰ ਪਹਿਲਾਂ ਜਾਓ, ਕਿ ਨਹੀਂ ਤੂੰ ਹੀ ਉਸਤਾਦ ਜੀ ਪਹਿਲਾਂ ਜਾਓ, ਉਹ ਮੇਰੇ ਤੋਂ ਤਬਲਾ ਵੀ ਸਿੱਖਦਾ ਹੁੰਦਾ ਹੈ। ਉਹਨੇ ਹੱਟ ਕੀਤਾ, ਉਹ ਗਿਆ ਨਹੀਂ। ਚਲੋ ਮੈਨੂੰ ਜਾਣਾ ਪੈ ਗਿਆ। ਮੈਂ ਦੌੜ ਲੈਂਦਾ ਸੀ, ਥੰਮੜੇ ਦੀ ਓਟ ਲੈ ਲੈਂਦਾ, ਦੌੜ ਲੈਂਦਾ, ਥੰਮੜੇ ਦੀ ਓਟ ਲੈ ਲੈਂਦਾ ਸੀ। ਜਿਸੇ ਮੈਂ ਅਕਾਲ ਤਖ਼ਤ ਦੇ ਅੰਦਰ ਜਾ ਕੇ ਵੜਿਆ, ਗਾੜੀ ਜਾਂਦਿਆਂ ਨੂੰ ਭਾਈ ਮਰੀਜ਼ ਸੋਹਣੀ, ਭਾਈ ਰਸਪਾਲ ਸੋਹਣੀ, ਰਾਗੀ ਗਰਸਨ ਸੋਹਣੀ, ਇਹ ਘੱਟ ਤੋਂ ਘੱਟ 40-50 ਸਿੰਘ। ਇੱਦਾਂ ਕੰਧ ਹੁੰਦੀ ਜਦੋਂ ਤਾਂ ਕਮਰੇ ਨੂੰ ਚੜ੍ਹੀਦਾ ਸੀ ਜੀ, ਦਵੱਲੇ ਕੰਧਾਂ ਸੀ, ਉਹਦੇ ਉੱਪਰ ਸਿੰਘ ਬੈਠੇ 50 ਘੱਟੋ ਘੱਟ ਸਿੰਘ। ਠੀਕ ਹੈ। ਉਹ ਇੱਕਦਮ ਖੜੇ ਹੋ ਗਏ। ਖੜੇ ਹੋ ਕੇ ਤੇ ਮੈਨੂੰ ਪੁੱਛਣ ਲੱਗ ਪਏ ਵੀ ਤੂੰ ਕਿੱਧਰੋਂ ਆਇਆ, ਕਿੱਧਰੋਂ ਆਇਆ? ਮੈਂ ਦੱਸਿਆ ਮੈਂ ਉਹ ਕਮਰੇ ਵਿੱਚੋਂ ਆਇਆ। ਭਾਈ ਮਰੀਜ਼ ਹੋਣਾ ਨੇ ਮੇਰੇ ਕੋਲੋਂ ਆਇਡੈਂਟੀ ਕਾਰਡ ਲਿਆ ਪਟਨਾ ਸਾਹਿਬ ਕਮੇਟੀ ਦਾ, ਕਿਉਂਕਿ ਤੇਰੇ ਕੋਲ ਕਹਿੰਦੇ ਹੋਣਾ। ਮੈਂ ਕਿਹਾ ਹਾਂਜੀ। ਕਹਿੰਦੇ ਆ ਫੋਟੋ ਉੱਪਰੋਂ ਪਾੜ ਦੇ, ਆਇਡੈਂਟੀ ਕਾਰਡ ਆਪਣੇ ਕੋਲ ਰੱਖ ਸਬੂਤ ਵਾਸਤੇ ਵੀ ਮੈਂ ਡਿਊਟੀ 'ਤੇ ਆਇਆ। ਅਸੀਂ ਹਾਲੀ ਇੰਨੀਆਂ ਗੱਲਾਂ ਕਰ ਨਹੀਂ ਰਹੇ ਹਾਂ। ਉਹਨਾਂ ਚਿਰ ਨੂੰ ਮਹਾਂਪੁਰਖ ਥੱਲਿਓਂ ਤਾਂ ਨੂੰ ਆ ਗਏ ਜਿੱਥੇ ਅਸੀਂ ਖੜੇ ਸੀ ਜੀ। ਮਹਾਂਪੁਰਖ ਆਉਂਦਿਆਂ ਕਹਿੰਦੇ ਵੀ ਉਹ ਸਿੰਘ ਨੂੰ ਲੱਭੋ, ਕੋਈ ਕੰਮ ਜ਼ਰੂਰੀ ਸੀ ਮਹਾਂਪੁਰਖਾਂ ਨੂੰ।
ਪਹਿਲਾਂ ਭਾਈ ਸੰਤੋਖ ਸੋਹਣਾ ਦਾ ਨਾਂ ਲਿਆ, ਉਹ ਨਾ ਲੱਭੇ। ਵੇਖੇ ਦੋਵਾਂ ਸਿੰਘਾਂ ਦਾ, ਉਹ ਜਿਹੜੇ ਸਿੰਘ ਨੂੰ ਪਤਾ ਸੀ ਉਹ ਕੰਮ ਦਾ, ਉਹ ਛੁੱਟੀ ਗਿਆ ਸੀ। ਠੀਕ ਹੈ ਜੀ। ਉਹ ਸਿੰਘ ਨਹੀਂ ਲੱਭਿਆ। ਮੈਨੂੰ ਕਹਿੰਦੇ ਵੀ ਤੂੰ ਕਿੱਥੋਂ ਆਇਆ? ਮੈਂ ਕਿਹਾ ਮੈਂ ਫਲਾਣੇ ਕੰਮ 'ਚੋਂ। ਮੈਨੂੰ ਕਹਿੰਦੇ ਵੀ ਤੂੰ ਹੁਣ ਦਰਬਾਰ ਸਾਹਿਬ ਚੱਲ ਜਾ। ਵੇਖੋ ਕਿੱਡੀ ਸੋਚ ਮਹਾਂਪੁਰਖਾਂ ਦੀ। ਜੀ 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 ਜੀ। ਕਹਿੰਦੇ ਵੀ ਕੀਰਤਨ ਨਹੀਂ ਬੰਦ ਹੋਣ ਦੇਣਾ। ਠੀਕ ਹੈ ਜੀ। ਉਹਨਾਂ ਨੂੰ ਪਹਿਲਾਂ ਪਤਾ ਵੀ ਇਹ ਕਮੇਟੀ ਵਾਲਿਆਂ ਨੇ ਛੱਡ ਜਾਣਾ ਵਾ, ਤੇ ਤੂੰ ਕਹਿੰਦੇ ਕੀਰਤਨ ਨਹੀਂ ਬੰਦ ਹੋਣ ਦੇਣਾ। ਠੀਕ ਹੈ। ਫਿਰ ਮਹਾਂਪੁਰਖਾਂ ਨੇ ਮੈਨੂੰ ਇੰਨਾ ਹੁਕਮ ਕਰਕੇ ਮੈਂ ਫਤਿਹ ਬੁਲਾ ਕੇ ਤੇ ਮੈਂ ਤੁਰ ਪਿਆ। ਮੈਂ ਜਦੋਂ ਦਰਸ਼ਨ ਡੇਅਰੀ ਤੋਂ ਦੌੜ ਲਾ ਕੇ ਪਹੁੰਚਾ, ਫੌਜ ਉਸ ਵੇਲੇ ਕੋਠਿਆਂ ਦੇ ਨੇੜੇ ਆ ਗਈ। ਠੀਕ ਹੈ ਜੀ। ਦਿਨੇ ਕੋਈ 2:30-3 ਵਜੇ ਦੀ ਗੱਲ ਆ। ਮੈਂ ਦਰਸ਼ਨ ਡੇਅਰੀ 'ਚ ਪਹੁੰਚਾ, ਉੱਥੇ ਗਾੜੀ ਸੇਵਾਦਾਰ ਸੀ, ਉਹ ਮੈਨੂੰ ਅੱਗੇ ਨਾ ਲੰਘਣ ਦੇਣ। ਉਹ ਆਪੋ ਵਿੱਚ ਸਾਡਾ ਬਹਿਸ ਵਸਾਈਆ ਹੋਇਆ। ਉਹ ਕਹਿੰਦਾ ਵੀ ਇਹ ਟਕਸਾਲ ਹੈ, ਇਹ ਨਹੀਂ ਕਿਸੇ ਦਾ ਅੱਖਾਂ ਮੰਨਦੇ ਹੁੰਦੇ, ਵੀ ਇਹਨਾਂ ਨੂੰ ਜਾਣ ਦਿਓ। ਮੈਂ ਫਿਰ ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ, ਜੇ ਸ਼ਹੀਦ ਕਰਨਾ ਤੇ ਅਗਲੇ ਪਾਸਿਓਂ ਗੋਲੀ ਵੱਜੇ, ਪਿੱਠ 'ਚ ਨਾ ਵੱਜੇ ਗੁਰੂ ਰਾਮਦਾਸ ਜੀ। ਤੇ ਫਿਰ ਮੈਂ ਦੌੜ ਪਿਆ। ਵੇਖੋ ਹੁਣ ਕਿੰਨੀ ਦੂਰ ਆ ਦਰਸ਼ਨੀ ਡੇਅਰੀ ਤੋਂ ਦਰਬਾਰ ਸਾਹਿਬ। ਬਿਲਕੁਲ ਜੀ। ਮੈਂ ਭੱਜੀ ਜਾਂਦਾ, ਮਗਰ ਬ੍ਰੈਟ ਵੱਜੀ ਜਾਂਦੇ ਆ। ਮੈਂ ਜਾ ਕੇ ਪਹਿਲੇ ਦਰਵਾਜ਼ੇ ਨੂੰ ਧੱਕਾ ਮਾਰਿਆ, ਉਹ ਬੰਦ। ਫਿਰ ਮੈਂ ਯਤਨ ਕੀਤਾ, ਮੈਂ ਦੂਜੇ ਦਰਵਾਜ਼ੇ ਥਾਣੀ ਵੜਦਾ ਜਿੱਥੋਂ ਮੱਥਾ ਟੇਕ ਕੇ ਨਿਕਲਦੇ ਆ, ਤੇ ਉੱਥੋਂ ਦੀ ਮੈਂ ਵੜਿਆ, ਉੱਧਰੋਂ ਲੱਗਾ ਬਣਨ, ਉਹ ਵੀ ਬੰਦ। ਠੀਕ ਹੈ ਜੀ। ਤੀਜਾ ਚਾਂਸ ਫਿਰ ਮੈਂ ਹਰ ਕੀ ਪੌੜੀ ਵੱਲੋਂ ਦੀ ਵੜਿਆ। ਜਿਸ ਵੇਲੇ ਮੈਂ ਅੰਦਰ ਪਹੁੰਚਾ, ਉਸ ਵੇਲੇ ਰਾਗੀ ਹਰੀ ਸੋਹਣੀ ਕੀਰਤਨ ਕਰ ਰਹੇ ਸੀ ਜੀ, ਸ਼ਬਦ ਪੜ੍ਹ ਰਹੇ ਸੀ। ਤੇ ਮੈਂ ਜਦੋਂ ਅੰਦਰ ਗਿਆ, ਰਾਗੀ ਰਾਮ ਸੋ ਵੀ ਅੰਦਰ ਹੀਗੇ ਜੀ, ਜਿਨ੍ਹਾਂ ਦੇ ਨਾਲ ਮੈਂ ਤਬਲਾ ਵੀ ਵਜਾਉਂਦਾ ਰਿਹਾ। ਬਹੁਤ ਮਸ਼ਹੂਰ ਰਾਗੀ ਆ ਉਹ ਜੀ, ਜਨਰਲ ਸਕੱਤਰ ਵੀ ਰਹੇ ਮਾਨ ਗਰੁੱਪ ਦੇ, ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਆ ਜੀ। ਤੇ ਬਹੁਤ ਉਹਨਾਂ ਦਾ ਕੀਰਤਨ ਆਨੰਦ ਵਾਲਾ ਹੁੰਦਾ ਸੀ। ਮਹਾਂਪੁਰਖਾਂ ਨੇ ਮੈਨੂੰ ਇਸੇ ਕਰਕੇ ਭੇਜਿਆ ਵੀ ਤੁਸੀਂ ਅੰਦਰ ਕੀਰਤਨ ਕਰਿਓ ਜੀ। ਉਹ ਮੈਨੂੰ ਫਿਰ ਹਰੀ ਸੋ ਰਾਗੀ ਦਾ ਨਾਲ ਦਾ ਕਹਿੰਦਾ ਵੀ ਸਾਈਡ 'ਤੇ ਬੈਠ ਜੀ, ਮੇਰੇ ਕੋਲ ਹਜ਼ੂਰੀਆ ਨਹੀਂ ਹੈਗਾ। ਮੈਂ ਕਿਹਾ ਮੈਂ ਇੱਦਾਂ ਨਹੀਂ ਬਹਿਣਾ, ਟਕਸਾਲ ਦੀ ਮਰਜ਼ਾਦਾ ਨਹੀਂ ਹੈ ਜੀ। ਕਹਿੰਦੇ ਇੱਥੇ ਹਜ਼ੂਰੀਏ ਬੜੇ ਸੁੱਜਣ ਦੇ। ਮੈਂ ਸੇਵਾ ਦਾ ਤਾਂ ਹਜ਼ੂਰੀਆ ਲਿਆ, ਮੈਂ ਸਾਈਡ 'ਤੇ ਬਹਿ ਗਿਆ। ਉਹ ਜਦੋਂ ਉੱਠਿਆ ਸਾਈਡ ਵਾਲਾ, ਉਹਨੇ ਆ ਕੇ ਦੱਸਤਾ ਵੀ ਕਲਫੂ ਦੀ ਢਿੱਲ ਮਿਲ ਗਈ, 1 ਘੰਟੇ ਵਾਸਤੇ ਢਿੱਲ ਮਿਲ ਗਈ ਆ। ਰਾਗੀ ਹਰੀ ਸੋ ਨੇ ਵਿਚਕਾਰਲਾ ਵਾਜਾ ਛੱਡ ਕੇ ਤੇ ਭੱਜ ਗਏ। ਮੈਂ ਸਾਈਡ 'ਤੇ ਬੈਠਾ, ਮੈਨੂੰ ਕਹਿੰਦੇ ਸ਼ਬਦ ਸ਼ੁਰੂ ਕਰ। ਮੈਂ ਸ਼ਬਦ ਸ਼ੁਰੂ ਕਰਤਾ, ਆਪੋ ਵਿਚਕਾਰਲਾ ਵਾਜਾ ਛੱਡ ਕੇ ਭੱਜ ਗਏ। ਮੈਂ ਫਿਰ ਕੀਰਤਨ ਕਰਦਾ ਰਿਹਾ। ਮੇਰੇ ਨਾਲ ਇੱਕ ਗੁਰਚਰਨ ਸਿੰਘ ਹੁੰਦਾ ਸੀ, ਸ਼੍ਰੋਮਣੀ ਕਮੇਟੀ ਦਾ ਸੂਰਮਾ ਸਿੰਘ ਹੀਗਾ, ਉਹਨੂੰ ਘੱਟ ਦੀਦਾ। ਫਿਰ ਅਸੀਂ ਕੀਰਤਨ ਕਰਦੇ ਰਹੇ, 3-4 ਘੰਟੇ ਕੀਰਤਨ ਕੀਤਾ। ਫਿਰ ਉੱਧਰੋਂ ਸ਼ਾਮਾਂ ਦੇ ਸੋਰ ਦਾ ਟਾਈਮ ਹੋ ਗਿਆ, ਸੋਰ ਦਾ ਲਾਇਆ। ਫਿਰ ਅਸੀਂ ਆਰਤੀ ਕੀਤੀ ਜੀ। ਆਰਤੀ ਕਰਕੇ ਰਾਗੀ ਪੂਰਨ ਸੋਹਣਾ ਰਹਿਰਾਸ ਕੀਤੀ ਆ। ਤੇ ਭਾਈ ਮੋਹਨ ਸੋਹਣੀ ਸਿੰਘ ਸਾਹਿਬ ਇਹ ਵੀ ਅੰਦਰ ਹੀਗੇ। ਆਰਤੀ ਕਰਕੇ ਫਿਰ ਕਹਿੰਦੇ ਵੀ ਹੁਣ ਸਰੂਪ ਅਸੀਂ ਉੱਪਰ ਟਿਕਾਏ। ਫਿਰ ਕਹਿੰਦੇ ਵੀ ਇੱਥੋਂ ਸਿੰਘ ਸਾਰੇ ਨਿਕਲ ਜਾਓ। ਜਦੋਂ ਇੰਨੀਆਂ ਵਿਚਾਰਾਂ ਦਹਿਣ ਥੱਲੇ ਆ ਕੇ ਕਰਨ, ਇੱਕਦਮ ਫੌਜ ਨੇ ਹੱਲਾ ਬੋਲਿਆ ਬੜਾ ਹੀ ਜ਼ੋਰ ਦਾ। ਫੌਜ ਜਦੋਂ ਅੰਦਰ ਨੂੰ ਪਈ ਆ ਤੇ ਚੀਕਾਂ ਮਾਰਨ ਉੱਚੀ ਉੱਚੀ। ਠੀਕ ਹੈ। ਤੇ ਅਫਸਰ ਕਹਿੰਦੇ ਅੱਗੇ ਵਧੋ, ਅੱਗੇ ਵਧੋ, ਭਗਵਾਨ ਭਲੀ ਕਰੇਗਾ। ਉਹ ਕਾਲ ਕੱਢ ਕੇ ਕਹਿੰਦਾ ਭਗਵਾਨ ਕਿਆ ਭਲੀ ਕਰੇਗਾ, ਭਗਵਾਨ ਕੇ ਘਰ ਕੋ ਤਾਂ ਢਾ ਰਹੇ ਹਾਂ। ਉਹ ਇੱਦਾਂ ਚੀਕਾਂ ਮਾਰਦੇ ਮਾਰਦੇ ਇੱਧਰੋਂ ਸਿੰਘ ਬੜੀ ਜ਼ੋਰ ਨਾਲ ਜਕਾਰੇ ਛੱਡ ਰਹੇ ਆ। ਠੀਕ ਹੈ ਜੀ। ਬਹੁਤ ਵੀਰਾਂ ਦੇ ਵਿੱਚ ਜਕਾਰੇ ਕਾਲ ਤੱਕ ਤੋਂ ਸਾਨੂੰ ਗੂੰਜਾਂ ਸੁਣਦੀਆਂ ਦਰਬਾਰ ਸਾਹਿਬ। ਕਿਆ ਬਾਤ ਹੈ। ਤੇ ਖਾਲਸਤਾਨ ਜਿੰਦਾਬਾਦ ਜਕਾਰੇ ਬੜੀ ਉੱਚੀ ਉੱਚੀ ਛੱਡਣ ਦੇ ਆ। ਉਹ ਗੋਲੀ ਇੱਦਾਂ ਚੱਲਦੀ ਆ ਕਾਲ ਤਖਤ ਦੇ ਵਿੱਚੋਂ ਦੀ, ਮੋਰਚੇ ਇਹੋ ਜਿਹੇ ਬਣਾਏ ਸੀ ਵੀ ਜਿਹੜੇ ਉਹ ਪਤਾ ਨਹੀਂ ਲੱਗਦਾ ਵੀ ਗੋਲੀ ਕਿੱਥੋਂ ਆਉਂਦੀ ਆ ਜੀ ਜੀ। ਜਦੋਂ ਫੌਜ ਬੜੀ, ਉਹ ਪੈਰਾਂ ਦੇ ਵਿੱਚ ਗੋਲੀਆਂ ਵੱਜਦੀਆਂ ਫੌਜ ਦੇ, ਉਹ ਚੀਕਾਂ ਮਾਰਦੇ ਮੁੜ ਕੇ ਪਿੱਛੇ ਨੂੰ ਭੱਜ ਗਏ। ਉਹ ਕਾਮਯਾਬ ਨਹੀਂ ਹੋ ਸਕੇ। ਫਿਰ ਇਹਨਾਂ ਨੇ ਬਕਾਇਦਾ ਪੈਰਾਸੂਟ ਰਾਹੀਂ ਕਮਾਂਡੋ ਤਾਰੇ। ਕਮਾਂਡੋ ਸਿੰਘਾਂ ਨੇ ਇੱਕ ਨਹੀਂ ਥੱਲੇ ਆਉਣ ਦਿੱਤਾ। ਠੀਕ ਹੈ ਜੀ। ਉਹ ਰਾਹ 'ਚ ਸਿੰਘ ਡਾਈ ਗਏ। ਅੱਛਾ ਅੱਛਾ। ਜਦੋਂ ਹੈਲੀਕਾਪਟਰਾਂ ਤਾਰੇ, ਅੱਛਾ, ਉਹ ਹੈਲੀਕਾਪਟਰ ਉਹ ਵੀ ਨਹੀਂ ਕਾਮਯਾਬ ਇਹਨਾਂ ਦਾ ਹੋਇਆ। ਫਿਰ ਰਾਤ ਦੇ 12 ਵਜੇ ਇਹਨਾਂ ਨੇ ਲਿਆ ਕੇ ਟੈਂਕ ਘਲਿਆਰ 'ਤੇ ਲੰਗਰ ਵਾਲੀ ਬਾਈ ਵੱਲ। ਠੀਕ ਹੈ ਜੀ। ਅਸੀਂ ਦੇਖਣ ਦੇ ਹਾਂ ਉੱਧਰ ਦੇ ਦਰਵਾਜ਼ੇ ਥਾਣੀ ਹਰ ਕੀ ਪੌੜੀ ਵਾਲੇ ਥਾਣੀ। ਠੀਕ ਹੈ ਜੀ। ਇਸੇ ਤਰ੍ਹਾਂ ਫਿਰ ਇਹ ਟੈਂਕਾਂ ਦੇ ਨਾਲ ਜਦੋਂ ਫਿਰ 4 ਵੱਜ ਗਏ, ਫਿਰ ਸਿੰਘ ਸਾਹਿਬ ਕਹਿੰਦੇ ਵੀ ਆਪਾਂ ਸ਼ਹੀਦ ਤੇ ਹੁਣ ਹੋਣਾ ਹੀ ਆ, ਤੇ ਕਿਉਂ ਨਾ ਹੋਇਆ ਆਪਾਂ ਮਹਾਰਾਜ ਦਾ ਸਰੂਪ ਲਿਆ ਕੇ ਪ੍ਰਕਾਸ਼ ਕਰੀਏ। ਠੀਕ ਹੈ। ਤੇ ਤੁਸੀਂ ਕੀਰਤਨ ਕਰੋ।
ਅਸੀਂ ਉੱਪਰੋਂ ਜਾ ਕੇ ਉਹ ਲਾਈਟ ਦੇ ਵਿੱਚ ਹੀ ਜਿਹੜੀ ਵੱਜਦੀ ਸਾਹਮਣੇ, ਉਹ ਲਾਈਟ ਦੇ ਵਿੱਚ ਜਾ ਕੇ ਸਰੂਪ ਉੱਪਰੋਂ ਆਉਂਦਾ, ਲਿਆ ਕੇ ਅੰਦਰ ਜੋਤ ਜਗ ਰਹੀ, ਪ੍ਰਕਾਸ਼ ਕੀਤਾ। ਅਸੀਂ ਫਿਰ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ। 6 ਤਰੀਕ ਚੜ ਚੁੱਕੀ। ਹਾਂ 6 ਤਰੀਕ। ਅੱਛਾ, 5 ਦੀ ਆਪਾਂ ਜਦੋਂ ਗੱਲ ਕਰੀਏ ਤਾਂ 5 ਤਰੀਕ ਦਾ ਸਿੰਘ ਸਾਹਿਬ ਦੱਸਦੇ ਆ ਕਿ ਜਿਹੜੀ ਬੜੀ ਉਹਨਾਂ ਦੀ ਸਪੈਸ਼ਲ ਇੱਕ ਭਾਰਤੀ ਫੌਜ ਦੀ ਕਮਾਂਡੋ, ਹਾਂ ਉਹ ਜਿਹੜੇ ਖਤਰਨਾਕ ਕਮਾਂਡੋ ਜਿਹਨੂੰ ਕਿਹਾ ਜਾਂਦਾ, ਖਤਰਨਾਕ ਕਹਿੰਦੇ ਉਹ ਕਮਾਂਡੋ, ਚਲੋ ਅਸੀਂ ਤੇ ਹੁਣ ਸੁਣਿਆ ਹੀ ਹੈ, ਨਹੀਂ ਪਰ ਤੁਸੀਂ ਤੇ ਦੇਖਿਆ ਵੀ ਹੈ, ਉਹਨਾਂ ਦਾ ਹਾਲ ਕੀ ਸੀਗਾ? ਕਹਿੰਦੇ ਵੀ ਉਹ ਸਿੰਘਾਂ ਦੇ ਅੱਗੇ ਐਦਾਂ ਢੇਰੀ ਹੋ ਗਏ ਸੀਗੇ। ਉਹ ਤੇ ਰਾਹ 'ਚ ਹੀ ਫੁੰਡੀ ਗਏ, ਥੱਲੇ ਨਹੀਂ ਉਤਰਿਆ ਉਹਨਾਂ 'ਚੋਂ। ਅੱਛਾ ਅੱਛਾ, ਉਹ ਤੇ ਰਾਹ 'ਚ ਹੀ ਸਿੰਘਾਂ ਦੇ ਮੋਰਚਿਆਂ 'ਚੋਂ ਉਹਨਾਂ ਨੂੰ ਬਸ ਡਾਈ ਗਏ। ਉਹ ਸੋਚਦੇ ਤੇ ਹੋਣੇ ਆ ਵੀ ਇਹ ਵਾਹ ਕਿੰਨਾ ਨਾ ਪੈ ਗਿਆ ਵੀ ਇਹ ਸਾਨੂੰ ਤੇ ਭਾਰਤੀ ਫੌਜ ਆਪਣੀ ਵੱਲੋਂ ਸਾਨੂੰ ਬੜਾ ਕਹਿੰਦੀ ਵੀ ਅਸੀਂ ਬੜੇ ਟ੍ਰੇਨਡ ਹੈ, ਤੇ ਇਹਨਾਂ ਨੂੰ ਕਿਹੜੀ ਟ੍ਰੇਨਿੰਗ, ਕਿੱਥੋਂ ਆ ਗਈ ਟ੍ਰੇਨਿੰਗ? ਉਹ ਮੁੜ ਕੇ ਜਰਨਲ ਦਾ ਦੇ ਬਿਆਨ ਵੀ ਆਏ ਸੀ ਵੀ ਜਿੰਨੇ ਸਿੰਘ ਸਨ ਜਰਨੈਲ ਸਿੰਘ ਨਾਲ ਲੜਨ ਵਾਲੇ ਸੀ, ਇੰਨੇ ਕਿਤੇ ਮੇਰੇ ਕੋਲ ਹੋਣ ਨਾ, ਮੈਂ ਪਾਕਿਸਤਾਨ ਨੂੰ 5 ਮਿੰਟਾਂ 'ਚ ਫਤਿਹ ਕਰਤਾ। ਜਦੋਂ ਸਾਨੂੰ ਫੜਿਆ ਸੀ ਨਾ, ਉਹ ਇੱਕ ਰਸਾਲੇ ਵਿੱਚ ਬਿਆਨ ਵੀ ਆਇਆ ਸੀ ਉਹਨਾਂ ਜਰਨਲ ਦਾ। ਠੀਕ ਹੈ ਠੀਕ ਹੈ। ਤੇ ਜਦੋਂ ਤੁਹਾਨੂੰ ਫੜਿਆ, ਵੈਸੇ ਫੌਜ, ਚਲੋ ਉਹ ਗੱਲ ਵੱਖਰੀ ਹੈ ਕਿ ਫੜਨ ਤੋਂ ਬਾਅਦ ਵਿਹਾਰ ਤੇ ਉਹ ਤੁਹਾਡੇ ਨਾਲ ਇੱਕ ਮੁਜਰਮ ਵਾਲਾ ਹੀ ਕਰਦੇ ਹੋਣਗੇ ਵੀ ਇਹ ਲੋਕ ਗੁਨਾਹਗਾਰ ਨੇ, ਪਰ ਕਿਤੇ ਨਾ ਕਿਤੇ ਇੱਕ ਚੀਜ਼ ਨੂੰ ਤੇ ਉਹ ਮੰਨਦੇ ਵੀ ਹੋਣਗੇ ਨਾ ਵੀ ਯਾਰ ਤੁਸੀਂ ਕੀ ਖਾਧਾ ਸੀ, ਉਹ ਕਿੱਥੋਂ ਟ੍ਰੇਨਿੰਗ ਸੀ, ਉਹ ਕਰਦੇ ਕੀ ਸੀ, ਇੰਨੀ ਗੋਲੀ ਸਿੱਕਾ, ਮਤਲਬ ਦੁਸ਼ਮਣ ਵੀ ਤਾਰੀਫ ਤੇ ਕੁਛ ਨਾ ਕੁਛ ਤੇ ਕਰਦੇ ਹੀ ਸਿੰਘਾਂ ਨੇ ਖਾਣਾ ਕੀ, ਸਿੰਘ ਤੇ ਵਿਚਾਰਿਆਂ ਨੇ ਰੋਟੀ 5-6 ਦਿਨ ਨਹੀਂ ਖਾਧੀ। ਨਹੀਂ, ਪਰ ਬਹਾਦਰੀ ਦਾ ਚਰਚਾ ਦੁਸ਼ਮਣ ਵੀ ਤੇ ਕਰਦਾ ਹੋਏਗਾ ਨਾ, ਮਤਲਬ ਉਹ ਜਿਹੜੇ ਲੋਕ ਸੀ ਕਿ ਭਾਵੇਂ ਉਹ ਆ ਠੁੱਡ ਮਾਰ ਕੇ ਤੁਹਾਨੂੰ ਕਹਿੰਦੇ ਹੋਣ, ਹੈ ਨਾ, ਪਰ ਕਹਿੰਦੇ ਤੇ ਹੋਣੇ ਆ। ਉਹ ਫੌਜੀ ਦੇ ਪਿੱਛੇ ਵੇਖੋ, ਇੱਕ ਫੌਜੀ ਦੇ ਪਿੱਛੇ ਫੌਜੀ ਗਾੜੀ ਲੜ ਰਿਹਾ, ਅਸਲਾ ਫੜਾਉਣ ਵਾਲਾ ਵੱਖਰਾ ਹੁੰਦਾ, ਫਿਰ ਜਾਨ ਕਿ 5-5 6 ਇੱਕ ਬੰਦੇ ਦੇ ਮਗਰ ਬੰਦੇ ਹੁੰਦੇ ਆ। ਹਾਂ ਬਿਲਕੁਲ ਹੈ ਜੀ, ਸਪਲਾਈ ਚੈਨ ਵੱਖਰੀ, ਉਹਨੂੰ ਰਿਕਵਰੀ ਫਾਇਰ ਦੇਣ ਵਾਲਾ ਵੱਖਰਾ, ਕਵਰਿੰਗ ਫਾਇਰ ਵਾਲਾ, ਹਾਂਜੀ ਉਹ ਵੱਖਰਾ, ਠੀਕ ਹੈ, ਉਹ ਉਹਦਾ ਧਿਆਨ ਰੱਖਣ ਵਾਲੇ ਵੱਖਰੇ, ਉਹਨੂੰ ਖਾਣਾ ਪਾਣੀ ਰੋਟੀ, ਉਹਦੀ ਜਗ੍ਹਾ ਤੇ ਉਹ ਥੱਕ ਗਿਆ ਤੇ ਉਹਦੀ ਜਗ੍ਹਾ ਤੇ ਦੂਜਾ ਲੜਨ ਵਾਸਤੇ ਵੱਖਰਾ। ਉਹ ਲਾਸ਼ ਨੂੰ ਉੱਥੇ ਪਿਆ ਵੀ ਨਹੀਂ ਰਹਿਣ ਦਿੰਦੇ। ਹਾਂ, ਪੈ ਨਹੀਂ ਰਿਹਾ, ਕਿਉਂਕਿ ਦੂਜਿਆਂ ਦਾ ਮਨੋਬਲ ਡਿੱਗਦਾ, ਉਸੇ ਵੇਲੇ ਚੁੱਕ ਲਈ ਜਾਂਦਾ। ਇੱਧਰ ਸਿੰਘ ਉਹੀ ਲੜਨ ਵਾਲੇ, ਉਹ ਸ਼ਾਤਰ ਸੀ, ਉਹੀ ਵਿਚਾਰਿਆਂ ਕੋਲ ਅਸਲਾ ਜਿਹੜਾ ਚੋਲੀਆਂ ਵਿੱਚ ਹੈਗਾ, ਚੋਲੀਆਂ ਬਣਾਈਆਂ ਹੈ। ਅੱਛਾ, ਫਿਰ ਉਹਨਾਂ ਦੇ ਕੋਲ ਬੁਲਟ ਪ੍ਰੂਫ ਜੈਕਟਾਂ ਹੋਣੀਆਂ। ਹਾਂਜੀ, ਉਹਨਾਂ ਕੋਲ ਜੈਕਟਾਂ। ਹਾਂ, ਤੇ ਇੱਧਰ ਵੇਖੋ ਖਾਲੀ ਚੋਲਿਆਂ ਵਾਲੇ ਸਿੰਘ, ਇੱਧਰ ਨਾਮ ਦਾ ਆਸਰਾ ਹੈ, ਮਹਾਂਪੁਰਖਾਂ ਦੀਆਂ ਸੀਸਾਂ ਹੀ, ਸ੍ਰੀ ਗੁਰੂ ਰਾਮਦਾਸ ਨਾਮ ਦਾ ਬੁਲਟ ਪ੍ਰੂਫ, ਬਸ ਗੁਰੂ ਰਾਮਦਾਸ ਦੀ ਬੁਲਟ ਪ੍ਰੂਫ ਬਣਾ ਹੋ ਗਿਆ ਸੀ ਇਹਨਾਂ ਦਾ। ਹਾਂਜੀ ਹਾਂਜੀ। ਅੱਛਾ, 5 ਜੂਨ ਨੂੰ ਇੱਕ ਹੋਰ ਵੀ ਬਹੁਤ ਵੱਡਾ ਕੋਈ ਸਾਕਾ ਹੁੰਦਾ ਹੈ, ਕਹਿੰਦੇ ਨੇ ਕੋਈ ਬੁੱਕਲ ਦੇ ਸੱਪ ਵੀ ਨਿਕਲ ਆਏ ਸੀ, ਤੇ ਕੌਮ ਨਾਲ ਗਦਾਰੀ ਵੀ ਹੋ ਗਈ, ਦਰਬਾਰ ਸਾਹਿਬ ਨਾਲ ਗੁਰੂ ਰਾਮਦਾਸ ਨਾਲ ਗਦਾਰੀ ਕਰ ਗਈ ਸੀ ਕੁਝ ਲੋਕ। ਉਹ ਕੌਣ ਸੀਗੇ ਤੇ ਪਹਿਲਾਂ ਕੀ ਕਹਿੰਦੇ ਸੀ ਤੇ ਉਦੋਂ ਕੀ ਕਰ ਗਏ? ਪਹਿਲਾਂ ਵੇਖੋ, ਇਹਨਾਂ ਨੇ ਸਹੁੰਆਂ ਖਾਧੀਆਂ ਸੀ ਵੀ ਸਾਡੇ ਸਾਥੀਆਂ ਦੀ ਉੱਪਰੋਂ ਦੀ ਟੈਂਕ ਲੰਘਣਗੇ, ਹੈ ਨਾ, ਫਿਰ ਦਰਬਾਰ ਸਾਹਿਬ ਫੌਜ ਬੜੇਗੀ, ਇਹਨਾਂ ਕਸਮਾਂ ਖਾਧੀਆਂ। ਕੌਣ ਸੀ ਉਹ ਲੋਕ? ਭਾਵੀ ਨੂੰ ਪਤਾ ਹੀ ਆ, ਫਿਰ ਵੀ 2-4-5 ਬੰਦਿਆਂ ਦੇ ਨਾਂ ਲੈ ਲਓ, ਮੇਨ ਦੇ ਲੈ ਲਓ, ਸਾਰਿਆਂ ਦੇ ਨਾਂ। ਟੌੜਾ ਸਾਹਿਬ ਵੀ ਵਿੱਚੇ, ਲੌਂਗੋਵਾਲ ਵੀ ਵਿੱਚੇ, ਇਹ ਸਾਰੇ ਲੀਡਰ ਹੈਗੇ। ਅੱਛਾ, ਸ਼੍ਰੋਮਣੀ ਕਮੇਟੀ ਦੇ। ਅੱਛਾ, ਤੇ ਇਹਨਾਂ ਨੇ ਬਕਾਇਦਾ ਇਹਨਾਂ ਬਾਹਾਂ ਖੜੀਆਂ ਕਰਕੇ ਮੁੜ ਕੇ ਨਿਕਲੇ। ਅੱਛਾ, ਇਹਨਾਂ ਕੱਢ ਕੇ ਖੜਿਆ ਫੌਜ ਨੇ। ਅੱਛਾ, ਹਾਂਜੀ। ਯਾਨੀ ਕਿ ਇਹਨਾਂ ਦਾ ਉਹ ਜਿਹੜਾ ਫੁਕਰਿਆਂ ਵਾਲਾ ਬਿਆਨ ਸੀ ਜਾਂ ਕਾਗਜ਼ੀ ਬਿਆਨ ਸੀ, ਉਹਨਾਂ ਦਾ ਕੋਈ ਮੁੱਲ ਨਹੀਂ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਕੋਈ ਕੌਲ ਕੀਤਾ, ਜੇ ਤੁਸੀਂ ਆਹ ਕੌਲ ਮੁੱਕਰ ਗਏ ਹੋ, ਤੁਹਾਨੂੰ ਇੰਨੀ ਜਾਨ ਪਿਆਰੀ ਆਪਣੇ ਗੁਰੂ ਨਾਲੋਂ, ਤੁਹਾਨੂੰ ਆਪਣੀ ਜਾਨ ਪਿਆਰੀ ਹੈ, ਤੇ ਕੱਲ੍ਹ ਨੂੰ ਤੁਸੀਂ ਲੋਕਾਂ ਦੇ ਵਿੱਚ, ਜਨਤਾ ਦੇ ਵਿੱਚ ਖੜ ਕੇ, ਕੌਮ 'ਚ ਖੜ ਕੇ ਫਿਰ ਕੋਈ ਬਿਆਨ ਦਿਓਗੇ ਤੇ ਲੋਕੀ ਤੁਹਾਨੂੰ ਭਜਾਉਣਗੇ ਵੀ ਤੁਸੀਂ ਕਾਹਦੇ ਵੀ ਗੁਰੂ ਦੇ ਬਣੇ ਨਹੀਂ, ਸਾਡੇ ਕਾਹਦੇ। ਜਾਨ ਪਿਆਰੀ ਨਾ ਹੁੰਦੀ, ਜੇ ਵੇਲੇ ਮਹਾਂਪੁਰਖਾਂ ਨੇ 3 ਤਰੀਕ ਨੂੰ ਆਖਿਆ ਟੌੜਾ ਸਾਹਿਬ ਨੂੰ ਵੀ ਟੌੜਾ ਸਾਹਿਬ ਜੋ ਕੁਝ ਹੋਣਾ ਹੀ ਹੋ ਗਿਆ, ਉਹ ਖਾਲਸਤਾਨ ਦਾ ਨਾਰਾ ਲਾ ਦਿਓ, ਹੈ ਨਾ। ਟੌੜਾ ਸਾਹਿਬ ਨੇ ਇਹ ਗੱਲ ਆਖੀ ਵੀ ਮੈਂ ਸੰਤ ਲੌਂਗੋਵਾਲ ਨਾਲ ਸਲਾਹ ਕਰਕੇ ਆਉਣਾ, ਫਿਰ ਆਪ ਜੀ ਨੂੰ ਦੱਸਦਾ, ਬਸ ਉਹਦੇ ਬਾਅਦ ਵੜੇ, ਹੈ ਨਾ। ਤੇ ਇੱਥੋਂ ਸਮਝ ਲਓ ਤੁਸੀਂ ਜਾਨਾਂ ਜੇ ਪਿਆਰੀਆਂ ਤਾਂ ਹੀ ਨਹੀਂ ਕਿਹਾ। ਫਿਰ ਉਹ ਸੁਨਾਹ ਤੁਹਾਨੂੰ ਕੀ ਲੱਗਦਾ ਉਹਨੇ ਸੰਤ ਲੌਂਗੋਵਾਲ ਨੂੰ ਦਿੱਤਾ ਕਿ ਇੰਦਰਾ ਗਾਂਧੀ ਨੂੰ ਦਿੱਤਾ? ਇਹ ਤੇ ਹੁਣ ਉਹਨਾਂ ਦੀਆਂ ਉਹੀ ਜਾਣਦੇ ਆ, ਟੈਲੀਫੋਨ ਇਹਨਾਂ ਦੇ ਚੱਲਦੇ ਸੀ। ਬਿਲਕੁਲ ਚੱਲਦਾ ਸੀ, ਸਾਰਾ ਕੁਝ ਚੱਲਦਾ ਸੀ, ਹੈ ਨਾ। ਇਹ ਤੇ ਇਹਨਾਂ ਨੂੰ ਪਤਾ ਹੋਣਾ। ਸੋ ਤੁਸੀਂ ਵੀ ਜਾਣਦੇ ਹੋ ਸਾਰੇ। ਬਿਲਕੁਲ ਹੈ ਜੀ, ਬਹੁਤ ਕੁਛ ਐਸਾ ਹੈ, ਇਤਿਹਾਸਕਾਰ ਇਸ ਵੇਲੇ ਹੁਣ ਐਸੀਆਂ ਕਿਤਾਬਾਂ ਆ ਚੁੱਕੀਆਂ ਨੇ, ਨੈੱਟ ਦੇ ਉੱਤੇ ਇੰਨਾ ਕੁਝ ਆ ਚੁੱਕਾ ਹੈ, ਕਾਲੀਆਂ ਕਰਤੂਤਾਂ ਤੇ ਉਹ ਕਾਲੇ ਕਾਰਨਾਮੇ ਜਿਹੜੇ ਗਦਾਰ ਲੋਕਾਂ ਨੇ ਕੀਤੇ, ਉਹਨਾਂ ਦੇ ਜਿਹੜੇ ਸਫੇਦ ਚੋਲਿਆਂ ਦੇ। ਹਾਂਜੀ, ਜੇਲ੍ਹ ਦੇ ਵਿੱਚ ਅਸੀਂ ਇੱਕ ਕਿਤਾਬ ਪੜ੍ਹੀ ਸੀ, ਅਕਾਲ ਤਖ਼ਤ ਦਾ ਦੂਸਰਾ ਭਾਗ ਸਾਡੇ ਹੱਥ ਲੱਗੀ ਸੀ ਜੀ।
ਪਹਿਲਾਂ ਤਾਂ ਨਹੀਂ ਲੱਗਾ। ਉਹ ਅਸੀਂ ਉੱਥੇ ਕਿਤਾਬ ਮੈਂ ਸੁਣੀ, ਉਹਦੇ ਵਿੱਚ ਬਕਾਇਦਾ ਸਾਰੀਆਂ ਚਿੱਠੀਆਂ ਦਿੱਤੀਆਂ ਸੀ ਜੀ ਜਿਹੜੀਆਂ ਓਪਨ ਹੁਣ ਬਾਅਦ 'ਚ ਅਖਬਾਰਾਂ 'ਚ ਵੀ ਹੋਈਆਂ। ਜੀ ਉਹ ਅਸੀਂ ਉਦੋਂ ਪੜ੍ਹ ਚੁੱਕੇ ਸੀ ਉੱਥੇ ਅੰਦਰ ਠੀਕ ਹੈ। ਵੀ ਇੰਨੀ ਮੀਟਿੰਗ ਇੰਨੀ ਤਰੀਕ ਨੂੰ ਮੀਟਿੰਗਾਂ ਕੀਤੀਆਂ ਕਿੰਨਾਂ ਦੀਆਂ ਮਤਲਬ ਇਹਨਾਂ ਜਿੱਦਾਂ ਦੀਆਂ ਸਰਸਰੀ ਤੌਰ ਤੇ ਮਤਲਬ ਮੰਨ ਲਓ ਅਸੀਂ ਨਾ ਪੜ੍ਹੀਆਂ, ਦਰਸ਼ਕਾਂ ਨੇ ਨਾ ਪੜ੍ਹੀਆਂ ਹੋਣ, ਮਤਲਬ ਕਿਹੜੀ ਚਿੱਠੀ ਦਾ ਹਵਾਲਾ ਤੁਸੀਂ ਇਹਨਾਂ ਕਹਿ ਦੀਆਂ ਰਹੇ? ਬਾਦਲ ਹੋਣਾ ਦੀਆਂ, ਲੌਂਗੋਵਾਲ ਹੁਣ ਸਾਰਿਆਂ ਲੀਡਰਾਂ ਦੀਆਂ ਚਿੱਠੀਆਂ ਹੈਗੀਆਂ। ਕਿੰਨਾਂ ਨੂੰ ਇੰਦਰਾ ਗਾਂਧੀ ਨੂੰ, ਇੰਦਰਾ ਅੱਛਾ ਹਾਂ ਸੈਂਟਰ ਨੂੰ, ਅੱਛਾ ਵੀ ਜਿਹਦੇ ਤੋਂ ਨਾ ਕੰਟਰੋਲ ਕੀਤਾ ਤੇ ਸਾਡੇ ਤੋਂ ਬਾਹਰਾ ਕੰਮ ਹੋ ਜਾਣਾ। ਉਹ ਕਹਿੰਦਾ ਚਿੱਠੀਆਂ ਆਈਆਂ, ਪਰ ਕਹਿੰਦਾ ਤੁਸੀਂ ਵੀ ਉਹ ਪੜ੍ਹੀਆਂ ਹੋਣਗੀਆਂ ਅਖਬਾਰਾਂ ਦੇ ਵਿੱਚ। ਜੀ ਬਿਲਕੁਲ ਸੋਸ਼ਲ ਮੀਡੀਆ ਤੇ ਜ਼ਰੂਰ ਹੋਣਗੀਆਂ ਚਿੱਠੀਆਂ। ਹਾਂਜੀ ਹਾਂਜੀ ਇਹਨਾਂ ਚਿੱਠੀਆਂ ਦਾ ਹਵਾਲਾ ਵੀ ਜ਼ਰੂਰ ਹੋਏਗਾ। ਹਾਂਜੀ। ਸੋ ਇਹ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਜੀ, ਇਹਨਾਂ ਲੋਕਾਂ ਨੇ ਫਿਰ ਇੰਦਰਾ ਗਾਂਧੀ ਨੂੰ ਚਿੱਠੀਆਂ ਪਾਤੀਆਂ ਸੀ, ਹਾਂਜੀ ਹਾਂਜੀ। ਉਹ ਹਵਾਲਾ ਸੀ। ਦੇਖੋ ਜੇ ਆਪੋ ਵਿੱਚ ਸਿੱਖ ਨਾ ਪਾੜਦੇ ਤੇ ਸਭ ਕੁਝ ਆਪਣਾ ਮੰਨਿਆ ਜਾਣਾ ਸੀ। ਸੰਜ ਜਰਨੈਲ ਸਿੰਘ ਕਿਹੜੇ ਆਪਣੇ ਘਰ ਵਾਸਤੇ ਲੜਨ ਦੇ, ਚੰਡੀਗੜ੍ਹ ਦੇ ਦੇਣਾ ਤਾਂ ਪੰਜਾਬ ਨੂੰ ਮਿਲਣਾ ਸੀ, ਜੇ ਪਾਣੀ ਮਿਲਣਾ ਤਾਂ ਪੰਜਾਬ ਨੂੰ ਮਿਲਣਾ ਸੀ, ਕਿਉਂਕਿ ਉਹ ਪੰਜਾਬ ਦੇ ਹੱਕਾਂ ਵਾਸਤੇ ਲੜਦੇ। ਉਹਨਾਂ ਦੀ ਆਪਣੀ ਨਿੱਜੀ ਲੜਾਈ ਤੇ ਕੋਈ ਨਹੀਂ। ਟਕਸਾਲ ਦਾ ਕੰਮ ਹੀ ਸਿਰਫ ਇੱਕ ਪ੍ਰਚਾਰ ਕਰਨਾ, ਵਿਦਿਆਰਥੀਆਂ ਨੂੰ ਪੜ੍ਹਾਉਣਾ, ਹੈ ਨਾ, ਇਹੋ ਕੰਮ ਹੀ। ਇਹ ਤੋਂ ਇਲਾਵਾ ਸਮੇਂ ਸਿਰ ਜਿੱਦੇ ਹਕੂਮਤਾਂ ਨੇ ਪੰਥ ਨਾਲ ਟੱਕਰ ਰਹੀ ਤੇ ਉਹਨਾਂ ਦੀਆਂ ਕੀਤੀਆਂ ਦੀ ਸਜ਼ਾ ਦੇਣੀ ਵੀ ਟਕਸਾਲ ਸੱਚ ਜਿਹੜਾ ਕੌੜਾ ਲੱਗਦਾ, ਕੌੜਾ ਲੱਗਦਾ। ਸੰਤ ਬੋਲਦੇ ਸੱਚ ਜੀ, ਹੈ ਨਾ, ਸੰਤ ਝੂਠ ਨਹੀਂ ਬੋਲਦੇ ਜੀ। ਤੇ ਲੀਡਰਾਂ ਨੂੰ ਹੁੰਦਾ ਵੀ ਝੂਠ ਬੋਲ ਕੇ ਇਹਨਾਂ ਨੇ ਰਾਜ ਕਰਨਾ ਹੁੰਦਾ। ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਜੀ 5 ਜੂਨ ਉਹਦੀ ਸਮਾਪਤੀ ਹੁੰਦੀ ਹੈ। 5 ਜੂਨ ਸਵੇਰ ਤੋਂ ਆਰੰਭਤਾ ਜਿਹੜੀ ਦਰਬਾਰ ਸਾਹਿਬ ਦੇ ਵਿੱਚ, ਜਿਵੇਂ ਸਿੰਘ ਸਾਹਿਬ ਨੇ ਦੱਸਿਆ, ਸੋ ਇਹਨਾਂ ਨੇ ਔਰ ਗਿਆਨੀ ਪੂਰਨ ਸਿੰਘ ਜੀ ਉਹਨਾਂ ਵੱਲੋਂ ਬਗੈਰ ਜਾਨ ਦੀ ਪਰਵਾਹ ਕੀਤਿਆਂ ਗੁਰਮਰਿਆਦਾ ਨੂੰ ਬਹਾਲ ਕਰਨ ਦੇ ਲਈ ਸ਼ਹਾਦਤਾਂ ਲਈ ਵੀ ਤਿਆਰ ਬਰ ਤਿਆਰ ਰਹੇ ਇਹ ਸਿੰਘ। ਔਰ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹ ਨਿਰੰਤਰ ਜਾਰੀ ਰਹੀ। ਔਰ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆਪਣੇ ਸਮੇਂ 'ਤੇ ਅੰਮ੍ਰਿਤ ਵੇਲੇ, ਔਰ ਉਸ ਪ੍ਰਕਾਸ਼ ਤੋਂ ਬਾਅਦ ਉਸੇ ਤਰ੍ਹਾਂ ਨਿਰੰਤਰ ਸੇਵਾ ਚੱਲਦੀ ਹੈ। ਔਰ ਬਾਹਰ ਦੇਖੋ ਭਾਰਤੀ ਫੌਜ ਆਪਣੀ ਪੂਰੀ ਢਿੱਲ ਤੱਕ ਜ਼ੋਰ ਲਾ ਚੁੱਕੀ ਹੈ, ਵਾਹ ਪੂਰੀ ਲਗਾ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਜਿਹੜੀ ਵੀ ਉਹਨਾਂ ਦੇ ਖਤਰਨਾਕ ਤੋਂ ਖਤਰਨਾਕ ਫੌਜ ਦਾ ਦਸਤਾ ਹੈ ਉਹਨੂੰ ਭੇਜ ਚੁੱਕੀ ਹੈ। ਔਰ ਆਪਣੇ ਆਪ ਨੂੰ ਬਹੁਤ ਹੀ ਐਕਸਪਰਟ ਤੇ ਬਹੁਤ ਹੀ ਖਤਰਨਾਕ ਕਹਿਣ ਵਾਲਾ ਜਿਹੜਾ ਦਸਤਾ ਸੀ, ਉਹ ਜਦੋਂ ਸਿੰਘਾਂ ਦੇ ਨਾਲ ਟਕਰਾਉਂਦਾ ਹੈ ਤਾਂ ਸਿੰਘ ਇਸ ਤਰੀਕੇ ਦੇ ਨਾਲ ਉਹਨਾਂ ਦਾ ਹਾਲ ਕਰਦੇ ਜਿੱਦਾਂ ਪਤਾਸਾ ਭੁਰਦਾ ਹੱਥ ਦੇ ਵਿੱਚ, ਉਹ ਇਸ ਤਰੀਕੇ ਦੇ ਨਾਲ ਉਹ ਜਿਹੜੇ ਇਹਨਾਂ ਦੇ ਫੌਜ ਦੀਆਂ ਜਿਹੜੀਆਂ ਟੁਕੜੀਆਂ ਸੀ ਉਹਨਾਂ ਦਾ ਹਸ਼ਰ ਹੁੰਦਾ। ਸੋ ਚੀਕਾਂ ਨਿਕਲਦੀਆਂ, ਉਹ ਜਿਵੇਂ ਦੱਸਿਆ ਸਿੰਘ ਸਾਹਿਬ ਨੇ, ਤੇ ਉਹਨ ਅਫਸਰ ਹੌਸਲਾ ਦਿੰਦੇ ਨੇ ਆਗੇ ਵੜੋ ਵੀ ਭਗਵਾਨ ਤੁਹਾਡੇ ਨਾਲ ਹੈ। ਤੇ ਅੱਗੋਂ ਉਹ ਵੀ ਮਜਬੂਰ ਨੇ, ਤਨਖਾਹਾਂ ਜੋ ਲਈਆਂ ਸਰਕਾਰ ਕੋਲੋਂ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਤੇ ਆਪ ਪਾਪ ਕਰ ਰਹੇ ਹਾਂ। ਤੇ ਉਹ ਵੀ ਫੌਜੀ ਵੀ ਕਹਿ ਰਹੇ ਹੈ ਕਿ ਅਸੀਂ ਰੱਬ ਦੇ ਘਰ 'ਤੇ ਹਮਲਾ ਕਰ ਰਹੇ ਹਾਂ ਤੇ ਭਗਵਾਨ ਸਾਡੇ ਨਾਲ ਕਿੱਦਾਂ ਹੋ ਸਕਦਾ ਜਦੋਂ ਭਗਵਾਨ 'ਤੇ ਹੀ ਅਸੀਂ ਗੋਲੀਆਂ ਚਲਾ ਰਹੇ ਹਾਂ। ਸੋ ਇਹ ਸਾਕਾ 5 ਤਰੀਕ ਦਾ ਹੈ, 5 ਜੂਨ ਦਾ ਹੈ। ਵੱਡਾ ਸਾਕਾ ਜਿਹੜਾ ਹੈ ਉਹ ਬਹਾਦਰ ਸਿੰਘਾਂ ਦਾ, ਜਿਹਨੂੰ ਕੌਮ ਜਿਹੜੀ ਹੈ ਬੜੇ ਬੜੇ ਅਵਾਰਡ ਦੇ ਚੁੱਕੀ ਹੈ, ਜਿਨ੍ਹਾਂ ਨੇ ਹੱਥ ਖੜੇ ਕਰਕੇ ਤਾਂ ਸੰਤ ਜਰਨੈਲ ਸਿੰਘ ਖਾਲਸਾ ਨੂੰ ਤੇ ਕੌਮ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਹ ਆਪਣੇ ਭਰੋਸੇ ਛੱਡ ਦਿੱਤਾ ਸੀ। ਪ੍ਰਮਾਤਮਾ ਦੇ ਭਰੋਸੇ ਇਹਨਾਂ ਨੂੰ ਛੱਡ ਕੇ ਪਿੱਠ ਵਿਖਾ ਕੇ ਉਹ ਲੋਕ ਉੱਥੋਂ ਨਿਕਲ ਗਏ ਸੀ। ਪਰ ਜਿਹੜੇ ਲੋਕ ਉਸ ਤੋਂ ਪਹਿਲਾਂ ਕਹਿੰਦੇ ਸੀ ਵੀ ਜੇਕਰ ਭਾਰਤੀ ਫੌਜ ਕੋਈ ਹਮਲਾ ਕਰਦੀ ਹੈ ਤਾਂ ਉਹਨਾਂ ਦੀਆਂ ਲਾਸ਼ਾਂ ਦੇ ਉੱਪਰੋਂ ਦੀ ਟੈਂਕ ਨਿਕਲਣਗੇ, ਕਾਗਜ਼ੀ ਕਾਰਵਾਈ ਹੋਈ, ਕਾਗਜ਼ੀ ਗੱਲਾਂ ਸੀ, ਠੀਕ ਹੈ ਜੀ। ਕਹਿੰਦੇ ਨਾ ਗੱਲਾਂ ਦਾ ਕੜਾਹ ਬਣਾਉਣਾ ਤੇ ਫਿਰ ਮਿੱਠਾ ਘੱਟ ਕੇ ਪਾਈਏ ਤੇ ਘਿਓ ਘੱਟ ਕੇ ਪਾਈਏ, ਜਿੰਨਾ ਮਰਜ਼ੀ ਪਾ ਲਓ। ਸੋ ਇਹਨਾਂ ਨੇ ਕਿਹੜਾ ਟੈਂਕਾਂ ਦੇ ਅੱਗੇ ਲੰਮੇ ਪੈਣਾ ਸੀ। ਸੋ ਜਿਨ੍ਹਾਂ ਨੇ ਲੰਮੇ ਪੈਣਾ ਸੀ ਉਹਨਾਂ ਨੇ ਅਨਾਉਂਸਮੈਂਟ ਨਹੀਂ ਸੀ ਕੀਤੀ, ਤੇ ਜਿਨ੍ਹਾਂ ਨੇ ਪੈਣਾ ਹੀ ਨਹੀਂ ਸੀ ਉਹਨਾਂ ਨੇ ਬੜੇ ਦਮਗਜ਼ੇ ਮਾਰੇ ਸੀ, ਚੀਚੀ ਤੇ ਲਹੂ ਲਾ ਕੇ ਤੇ ਆਪਣੇ ਆਪ ਨੂੰ ਸ਼ਹੀਦ ਉਹਨਾਂ ਲੋਕਾਂ ਨੇ ਖਵਾਇਆ ਸੀ। ਚਿੱਠੀਆਂ ਉਹਨਾਂ ਦੀਆਂ ਹਰ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ 'ਚ ਕਿਸੇ ਨਾ ਕਿਸੇ ਜਿਹੜੀ ਸਿੱਖ ਪੱਤਰ ਗਏ ਉਹਦੇ ਵਿੱਚ ਉਹ ਨਸ਼ਰ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਦਿੱਲੀ ਦਰਬਾਰ ਦੇ ਅੱਗੇ ਉਹਨਾਂ ਨੇ ਤਰਲੇ ਲਏ ਸੀ। ਕਿਉਂਕਿ ਇਸ ਵੇਲੇ ਜੋ ਰਾਜਨੀਤਿਕ ਪਾਰਟੀਆਂ ਸੀ, ਸੋ ਉਹਨਾਂ ਦੇ ਵਿੱਚ ਔਰ ਸੱਤਾ ਦੀ ਕੁਰਸੀ ਦੇ ਵਿਚਕਾਰ ਅਗਰ ਕੋਈ ਖੜਾ ਸੀ ਤਾਂ ਸੰਤ ਜਰਨੈਲ ਸਿੰਘ ਖਾਲਸਾ ਖੜੇ ਸੀ। ਉਹਨਾਂ ਦੀ ਸੱਚਾਈ ਖੜੀ ਸੀ, ਉਹਨਾਂ ਦੇ ਸੱਚੇ ਬੋਲ ਖੜੇ ਸੀ। ਉਸ ਸੱਚਾਈ ਨੂੰ ਚੁੱਪ ਕਰਾਉਣ ਵਾਸਤੇ ਆਪਣਿਆਂ ਨੇ
ਬਹੁਤ ਘਾਤਕ ਹਮਲਾ ਕੀਤਾ ਹੈ। ਸੋ ਉਹ ਬੁੱਕਲ ਦੇ ਸੱਪ ਆਉਣ ਵਾਲੇ ਸਮੇਂ ਦੇ ਵਿੱਚ ਬੇਨਕਾਬ ਜ਼ਰੂਰ ਹੋਣਗੇ। 5 ਜੂਨ ਆਪਣਿਆਂ ਨੇ ਹੀ ਦਗਾ ਦੇ ਕੇ ਦਰਬਾਰ ਸਾਹਿਬ ਨੂੰ, ਗੁਰੂ ਰਾਮਦਾਸ ਜੀ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਵਿਖਾ ਕੇ ਸੋ ਹੱਥ ਖੜੇ ਕਰਕੇ ਭਾਰਤੀ ਫੌਜ ਦੀਆਂ, ਭਾਰਤੀ ਹਕੂਮਤ ਦੀਆਂ ਜਿਹੜੀਆਂ ਸੀ ਦਾਵਤਾਂ, ਉਹਨਾਂ ਦਾ ਉਹਨਾਂ ਨੇ ਨਿੱਘ ਮਾਣਿਆ। ਸੋ ਅੱਜ ਦਾ 5 ਤਰੀਕ ਦਾ ਜੋ ਇਹ ਵਾਕਿਆ ਦੱਸਿਆ ਜੀ, ਇੱਕ ਤਾਂ ਰੌਂਗਟੇ ਖੜੇ ਵੀ ਕਰਦਾ ਹੈ, ਫਖਰ ਦੇ ਨਾਲ ਮੇਰੇ ਖਿਆਲ ਹੈ ਕਿ ਦਰਸ਼ਕਾਂ ਦਾ, ਕੌਮ ਦਾ ਸਿਰ ਵੀ ਉੱਚਾ ਹੋਏਗਾ ਔਰ ਉਹਨਾਂ ਦੀਆਂ ਰਗਾਂ ਦਾ ਖੂਨ ਵੀ ਉਬਾਲੇ ਮਾਰ ਰਿਹਾ ਹੋਏਗਾ। ਸੰਤ ਜਰਨੈਲ ਸਿੰਘ ਖਾਲਸਾ ਔਰ ਸਿੰਘਾਂ ਦੀ ਇਸ ਬਹਾਦਰੀ ਦੇ ਕਾਰਨਾਮਿਆਂ ਨੂੰ ਸੁਣ ਕੇ। ਸੋ ਇਹਦੇ ਨਾਲ ਹੀ ਲੈਣੀ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।